पूर्ण रूप ਦੇ ਵਿੱਚ ਅਹਿਸਾਸ ਹੈ ਔਰ ਅਸੀਂ ਇਸ ਗੱਲ ਦੀ ਪੂਰੀ ਕਾਮਨਾ ਕਰਦੇ ਹਾਂ ਕਿ ਤੁਸੀਂ ਤੁਹਾਡੇ ਦੁਆਰਾ ਸਾਡੇ ਦੁਆਰਾ ਜਿਹੜੀਆਂ ਬਣਾਈਆਂ ਗਈਆਂ ਵੀਡੀਓਜ਼ ਨੇ ਤੁਸੀਂ ਵੇਖ ਰਹੇ ਹੋਵੋਗੇ। ਔਰ ਅਸੀਂ ਜਿਹੜਾ ਅੱਜ ਦੇ ਹੁਣ ਜਿਹੜਾ ਹੈਗਾ ਅਸੀਂ ਵਿਆਕਰਨ ਪਾਠ ਸ਼ੁਰੂ ਕਰ ਚੁੱਕੇ ਹਾਂ, ਜਿਸ ਲੜੀ ਦੇ ਤਹਿਤ ਮੈਂ ਹੁਣ ਤੁਹਾਡੇ ਨਾਲ ਅੱਜ ਕਾਲ ਵੰਡ ਦੀ ਗੱਲ ਕਰਾਂਗਾ ਕਿ ਕਾਲ ਕੀ ਹੁੰਦਾ ਹੈ। ਹੁਣ ਕਾਲ ਜਿਹੜਾ ਹੈਗਾ, ਕਾਲ ਨੂੰ ਅਸੀਂ ਸਮਾਂ ਵੀ ਕਹਿ ਦਿੰਦੇ ਹਾਂ। ਕਾਲ ਦਾ ਸੰਬੰਧ ਸਮੇਂ ਨਾਲ ਹੈ। ਵਿਆਕਰਨ ਵਿੱਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ ਔਰ ਕਿਸੇ ਵੀ ਕਾਲ ਵਿੱਚ ਕਿਰਿਆ ਦੀ ਅਵਸਥਾ ਕਿਹੜੀ ਹੈ, ਕੀ ਕਿਰਿਆ ਨਿਸ਼ਚਿਤ ਹੈ, ਅਨਿਸ਼ਚਿਤ ਹੈ, ਪੂਰਨ ਹੈ, ਅਪੂਰਨ ਹੈ, ਇਸ ਅਵਸਥਾ ਨੂੰ ਪ੍ਰਗਟਾਉਣ ਲਈ ਕਿਰਿਆ ਜਿਹੜਾ ਰੂਪ ਧਾਰਨ ਕਰਦੀ ਹੈ ਉਸ ਨੂੰ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਜੇ ਤੁਹਾਨੂੰ ਕਾਲ ਦੀ ਡੈਫੀਨੇਸ਼ਨ ਆਉਂਦੀ ਹੈ, ਪਰਿਭਾਸ਼ਾ ਆਉਂਦੀ ਹੈ, ਤਾਂ ਤੁਸੀਂ ਵਿਆਕਰਨ ਅਨੁਸਾਰ ਸਿਰਫ ਇੱਕ ਲਾਈਨ ਦੇ ਵਿੱਚ ਤੁਹਾਡਾ ਆਨਸਰ ਖਤਮ ਹੋ ਜਾਂਦਾ ਹੈ। ਤੁਸੀਂ ਇਹ ਗੱਲ ਦੱਸਣੀ ਹੈ ਕਿ ਵਿਆਕਰਨ ਅਨੁਸਾਰ ਸਮੇਂ ਨੂੰ ਹੀ ਕਾਲ ਕਿਹਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਕਿ ਜਿਹੜਾ ਕਾਲ ਹੈ, ਕਾਲ ਦੇ ਅੰਦਰ ਹੀ ਜਿਹੜੀ ਕਿਰਿਆ ਹੁੰਦੀ ਹੈ। ਸਮੇਂ ਨੂੰ ਮੁੱਖ ਰੱਖ ਕੇ ਕਿਰਿਆ ਹੁੰਦੀ ਹੈ। ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਮੂਹਰਲਾ ਵਿਅਕਤੀ ਹੈ ਉਹ ਤੁਹਾਡੇ ਨਾਲ ਕਿਸ ਸਮੇਂ ਵਿੱਚ ਰਹਿ ਕੇ ਗੱਲ ਕਰ ਰਿਹਾ ਹੈ। ਉਹ ਪ੍ਰੈਜੈਂਟ ਵਰਤਮਾਨ ਸਮੇਂ ਦੀ ਗੱਲ ਕਰ ਰਿਹਾ ਹੈ, ਉਹ ਬੀਤ ਗਏ ਸਮੇਂ ਦੀ ਗੱਲ ਕਰ ਰਿਹਾ ਹੈ, ਉਹ ਆਉਣ ਵਾਲੇ ਸਮੇਂ ਦੀ ਗੱਲ ਕਰ ਰਿਹਾ ਹੈ। ਇਹ ਸਾਰਾ ਕੁਛ ਤੁਹਾਡਾ ਜਿਹੜਾ ਹੈਗਾ ਕਿਰਿਆ ਜਿਹੜੀ ਕਾਲ ਨੂੰ ਮੁੱਖ ਰੱਖ ਕੇ ਜਿਹੜੀ ਕੀਤੀ ਜਾਂਦੀ ਹੈ। ਹੁਣ ਜੇ ਮੈਂ ਇੱਥੇ ਇੱਕ ਡੈਫੀਨੇਸ਼ਨ ਆਪਾਂ ਬਣਾ ਲਈਏ, ਕਰ ਲਈਏ ਕਿ ਕਿਰਿਆ ਦਾ ਕਾਲ ਰੂਪ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਇਹ ਬਣ ਜਾਂਦੀ ਹੈ ਕਿ ਕਿਸੇ ਵੀ ਕਾਲ ਵਿੱਚ ਕਿਰਿਆ ਦੀ ਅਵਸਥਾ ਕਿਹੜੀ ਹੈ, ਕੀ ਕਿਰਿਆ ਨਿਸ਼ਚਿਤ ਹੈ ਜਾਂ ਅਨਿਸ਼ਚਿਤ, ਪੂਰਨ ਹੈ ਜਾਂ ਅਪੂਰਨ ਹੈ। ਇਸ ਅਵਸਥਾ ਨੂੰ ਪ੍ਰਗਟਾਉਣ ਲਈ ਕਿਰਿਆ ਜਿਹੜਾ ਰੂਪ ਧਾਰਨ ਕਰਦੀ ਹੈ ਉਸ ਨੂੰ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਬੱਚਿਆਂ ਨੇ ਜਮਾਤ ਵਿੱਚ ਪਾਠ ਪੜ੍ਹਿਆ, ਵਾਕ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਵਿੱਚ ਜਿਹੜੀ ਕਿਰਿਆ ਹੈਗੀ ਕਿਹੜੇ ਸਮੇਂ ਵਿੱਚ ਹੋਈ ਹੈ। ਹੁਣ ਕੀ ਹੈ, ਬੱਚਿਆਂ ਨੇ ਜਮਾਤ ਵਿੱਚ ਪਾਠ ਪੜ੍ਹਿਆ, ਭਾਵ ਕੰਮ ਕੰਪਲੀਟ ਹੋ ਚੁੱਕਿਆ ਹੈ। ਇੱਥੇ ਜਿਹੜੀ ਇਹ ਕਿਰਿਆ ਹੈ ਇਹ ਭੂਤਕਾਲ ਦੀ ਹੈ। ਜਿੱਥੇ ਕਹਿ ਦਿੰਦੇ ਆਪਾਂ ਬੱਚਿਆਂ ਨੇ ਬੱਚਾ ਜਮਾਤ ਵਿੱਚ ਪਾਠ ਪੜ੍ਹਦਾ ਹੈ, ਭਾਵ ਇਹ ਸਾਡੀ ਵਰਤਮਾਨ ਕਿਰਿਆ ਸੀ, ਵਰਤਮਾਨ ਕਾਲ ਹੈ। ਜਾਂ ਬੱਚਾ ਜਮਾਤ ਵਿੱਚ ਪਾਠ ਪੜ੍ਹੇਗਾ ਤਾਂ ਇਹ ਸਾਡੀ ਭਵਿੱਖ ਕਾਲ ਹੈ। ਸੋ ਕਈ ਵਾਰ ਕੀ ਹੁੰਦਾ ਹੈ ਕਿ ਕਿਰਿਆ ਹੋਈ ਨੂੰ ਕਿੰਨਾ ਸਮਾਂ ਲੱਗਿਆ ਹੈ, ਕਿੰਨਾ ਸਮਾਂ ਨਹੀਂ ਲੱਗਿਆ, ਭਾਵ ਵਿਦਿਆਰਥੀ ਜਿਹੜਾ ਉਸਨੇ ਪਾਠ ਕਿੰਨੇ ਸਮੇਂ ਤੋਂ ਪੜ੍ਹਿਆ ਹੈ, ਕਿੰਨੇ ਸਮੇਂ ਤੋਂ ਪੜ੍ਹ ਰਿਹਾ ਹੈ, ਇਹ ਸਾਰੀਆਂ ਗੱਲਾਂ ਸਪਸ਼ਟ ਨਹੀਂ ਹੁੰਦੀਆਂ। ਤਾਂ ਇਸ ਲਈ ਅਨਿਸ਼ਚਿਤ ਹੈ ਕਿਰਿਆ ਦੀ। ਇਸ ਅਨਿਸ਼ਚਿਤ ਅਵਸਥਾ ਵਿੱਚ ਕਿਰਿਆ ਦਾ ਕਾਲ ਜਿਹੜਾ ਗਾ ਕਾਲ ਰੂਪ ਹੀ ਦੇਖਿਆ ਜਾਂਦਾ ਹੈ। ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕਿਰਿਆ ਕਿਸ ਰੂਪ ਵਿੱਚ ਹੋ ਰਹੀ ਹੈ, ਕਿਸ ਕਾਲ 'ਚ ਹੋ ਰਹੀ ਹੈ। ਤਾਂ ਅਸੀਂ ਅਜਿਹੇ ਕਾਲ ਨੂੰ ਅਸੀਂ ਅਨਿਸ਼ਚਿਤ ਭੂਤਕਾਲ ਕਹਿ ਦਿੰਦੇ ਹਾਂ। ਇਹਦਾ ਮੈਂ ਜੇ ਥੋੜ੍ਹੀ ਜਿਹੀ ਨਾਲ ਇੰਗਲਿਸ਼ ਵਿੱਚ ਗੱਲ ਕਰਾਂ ਤਾਂ ਅਨਿਸ਼ਚਿਤ ਭੂਤਕਾਲ ਨੂੰ ਅਸੀਂ ਪਾਸਟ ਡੈਫੀਨਿਟ ਕਹਿ ਦਿੰਦੇ ਹਾਂ, ਕਿਉਂਕਿ ਜਿਹਦੇ ਅੰਦਰ ਕਿਰਿਆ ਦਾ ਸਾਨੂੰ ਪੂਰਨ ਰੂਪ ਦੇ ਵਿੱਚ ਗਿਆਨ ਨਹੀਂ ਹੁੰਦਾ ਕਿ ਉਹ ਕੰਮ ਜਿਹੜਾ ਕੰਪਲੀਟ ਹੋ ਚੁੱਕਿਆ ਹੈ ਜਾਂ ਹੋ ਰਿਹਾ ਹੈ ਜਾਂ ਕਿੰਨੇ ਸਮੇਂ ਤੋਂ ਹੋਣਾ ਹੈ। ਇਸ ਤਰ੍ਹਾਂ ਦਾ ਜਦੋਂ ਸਾਨੂੰ ਕਿਸੇ ਗੱਲ ਦਾ ਪੂਰਨ ਰੂਪ 'ਚ ਗਿਆਨ ਨਾ ਹੋਵੇ ਤਾਂ ਅਸੀਂ ਉਸ ਨੂੰ ਇਨਡੈਫੀਨਿਟ ਕੈਟਾਗਰੀ 'ਚ ਰੱਖ ਦਿੰਦੇ ਹਾਂ। ਉਹ ਕਾਲ ਕੋਈ ਵੀ ਹੋ ਸਕਦਾ ਹੈ, ਜੇ ਉਹ ਵਰਤਮਾਨ ਹੋ ਸਕਦਾ ਹੈ, ਉਹ ਭੂਤ ਹੋ ਸਕਦਾ ਹੈ, ਉਹ ਭਵਿੱਖ ਕਾਲ ਹੋ ਸਕਦਾ ਹੈ। ਸੋ ਇਸ ਪ੍ਰਕਾਰ ਕੀ ਕਹਿੰਦੇ, ਭੂਤਕਾਲ ਵਿੱਚ ਕਿਰਿਆ ਦੇ ਹੋਰ ਕੀ ਨੇ। ਬੱਚੇ ਪਾਠ ਪੜ੍ਹ ਚੁੱਕੇ ਹਨ, ਬੱਚੇ ਪਾਠ ਪੜ੍ਹ ਰਹੇ ਹਨ, ਬੱਚੇ ਹਰ ਰੋਜ਼ ਪਾਠ ਪੜ੍ਹਦੇ ਰਹੇ ਸਨ। ਹੁਣ ਇਹ ਜੀ ਤੁਸੀਂ ਗੱਲ ਦੇਖੋਗੇ ਕਿ ਪਹਿਲਾ ਹੈਗਾ ਬੱਚੇ ਪਾਠ ਪੜ੍ਹ ਚੁੱਕੇ ਸਨ, ਇਹ 'ਚ ਕੰਪਲੀਟ ਕੰਮ ਹੋ ਚੁੱਕਿਆ ਹੈ, ਵਿਦਿਆਰਥੀ ਨੇ ਕੰਮ ਪੂਰਾ ਕਰ ਲਿਆ ਹੈ, ਪੜ੍ਹ ਲਿਆ ਹੈ। ਇਸ ਕਰਕੇ ਦੂਸਰੇ ਭਾਗ ਦੇ ਵਿੱਚ ਕਿ ਵਿਦਿਆਰਥੀ ਦੁਆਰਾ ਕੰਮ ਹੋ ਰਿਹਾ ਸੀ, ਭਾਵ ਸਨ ਹੈ, ਕੰਟੀਨਿਊ ਕੰਮ ਚੱਲ ਰਿਹਾ ਹੈ। ਤੀਜੇ ਵਿੱਚ ਟਾਈਮ ਆ ਗਿਆ ਕਿ ਉਹ ਹਰ ਰੋਜ਼ ਜਿਹੜੇ ਸੀ ਪਾਠ ਪੜ੍ਹ ਰਹੇ ਸਨ। ਸੋ ਇਹ ਜਿਹੜੇ ਸਾਡੇ ਸਮਾਂ ਸਾਰਣੀ ਵਿੱਚ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਸਾਡਾ ਆਉਂਦਾ ਹੈ ਅਨਿਸ਼ਚਿਤ ਭੂਤਕਾਲ, ਦੂਜਾ ਫਿਰ ਸਧਾਰਨ ਭੂਤਕਾਲ, ਤੀਜਾ ਅਪੂਰਨ ਭੂਤਕਾਲ, ਅਤੇ ਫਿਰ ਆ ਜਾ ਅਨਿਸ਼ਚਿਤ ਪੂਰਨ ਭੂਤਕਾਲ, ਫਿਰ ਆਉਂਦਾ ਨਿਸ਼ਚਿਤ ਪੂਰਨ ਭੂਤਕਾਲ, ਫਿਰ ਸ਼ਰਤੀ ਭੂਤਕਾਲ। ਇਹ ਸਾਡੀਆਂ ਜਿਹੜੀਆਂ 6 ਕਿਸਮਾਂ ਨੇ ਜਿਹੜੀਆਂ ਭੂਤਕਾਲ ਦੇ ਵਿੱਚ ਆਉਂਦੀਆਂ ਹਨ। ਇੰਗਲਿਸ਼ ਦੇ ਵਿੱਚ ਤੁਹਾਨੂੰ ਇਹ 4 ਨੇ ਕਿ ਇੰਡੈਫੀਨਿਟ, ਕੰਟੀਨਿਊ, ਪਰਫੈਕਟ ਅਤੇ ਪਰਫੈਕਟ ਕੰਟੀਨਿਊ। ਹੁਣ ਅਨਿਸ਼ਚਿਤ ਭੂਤਕਾਲ ਦੇ ਵਿੱਚ ਕੀ ਹੈ ਕਿ ਮੈਂ ਨਿਸ਼ਚਿਤ ਭੂਤਕਾਲ ਵਿੱਚ ਆ ਗਿਆ, ਮੈਂ ਪੜ੍ਹਿਆ, ਤੂੰ ਪੜ੍ਹਿਆ, ਉਹ ਪੜ੍ਹਿਆ, ਭਾਵ ਕੀ ਪੜ੍ਹਿਆ ਇਹਦਾ ਪਤਾ ਨਹੀਂ। ਇਸ ਕਰਕੇ ਨਿਸ਼ਚਿਤ ਭੂਤਕਾਲ ਹੈ। ਸਧਾਰਨ ਭੂਤਕਾਲ ਦੇ ਵਿੱਚ ਕੀ ਆ ਗਿਆ, ਮੈਂ ਪੜ੍ਹਦਾ ਸੀ, ਉਹ ਪੜ੍ਹਦਾ ਸੀ, ਤੁਸੀਂ ਪੜ੍ਹਦੇ ਸੀ,
ਭਾਵ ਕੀ ਪੜ੍ਹਦੇ ਸੀ, ਇਹ ਸਿੰਪਲ ਵਾਕ ਸਧਾਰਨ ਭੂਤਕਾਲ ਆ ਗਿਆ। ਅਪੂਰਨ ਚਾਲੂ ਭੂਤਕਾਲ ਆ ਗਿਆ, ਮੈਂ ਪੜ੍ਹ ਰਿਹਾ ਸੀ, ਤੁਸੀਂ ਪੜ੍ਹ ਰਹੇ ਸੀ, ਉਹ ਪੜ੍ਹ ਰਿਹਾ ਸੀ, ਉਹ ਖਾਂਦਾ ਸੀ। ਭਾਵ ਇਹਦੇ ਵਿੱਚ ਕੀ ਆ ਗਿਆ, ਇਹ ਪੂਰਨ ਭੂਤਕਾਲ ਹੈ ਜਿਹਦੇ ਵਿੱਚ ਸਾਨੂੰ ਪੂਰਨ ਰੂਪ ਦੇ ਵਿੱਚ ਗਿਆਨ ਨਹੀਂ ਹੋ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਫਿਰ ਅਨਿਸ਼ਚਿਤ ਭੂਤਕਾਲ, ਪੂਰਨ ਭੂਤਕਾਲ ਦੇ ਵਿੱਚ ਮੈਂ ਪੜ੍ਹਿਆ ਸੀ ਜਾਂ ਪੜ੍ਹਾ ਸਾਂ, ਅਸੀਂ ਪੜ੍ਹੇ ਸੀ, ਤੁਸੀਂ ਪੜ੍ਹੇ ਸੀ। ਇਹ ਜਿਹੜੇ ਸਾਡੇ ਵਾਕ ਨੇ ਇਹ ਵੀ ਅਨਿਸ਼ਚਿਤ ਪੂਰਨ ਨੇ, ਇਹਨਾਂ ਵਿੱਚ ਵੀ ਪੂਰਨਤਾ ਸਾਨੂੰ ਕਿਤੇ ਦਿਖਦੀ ਨਹੀਂ। ਫਿਰ ਆ ਗਿਆ ਨਿਸ਼ਚਿਤ ਪੂਰਨ ਭੂਤਕਾਲ ਦੇ ਵਿੱਚ ਆ ਗਿਆ, ਮੈਂ ਪੜ੍ਹ ਚੁੱਕਾ ਸੀ, ਤੂੰ ਪੜ੍ਹ ਚੁੱਕਾ ਸੀ, ਮੈਂ ਪੜ੍ਹ ਚੁੱਕੀ ਸੀ। ਇਹ ਸਾਡੀ ਨਿਸ਼ਚਿਤ ਆ ਗਈ ਕਿ ਜੋ ਕੰਮ ਅਸੀਂ ਕਰਨਾ ਸੀ ਉਹ ਕੰਪਲੀਟ ਰੂਪ ਦੇ ਵਿੱਚ ਕਰ ਚੁੱਕੇ ਹਾਂ। ਸੋ ਅੱਗੇ ਸ਼ਰਤੀ ਭੂਤਕਾਲ, ਜੇ ਮੈਂ ਪੜ੍ਹਦਾ ਤਾਂ ਤੂੰ ਪਾਸ ਹੁੰਦਾ, ਜੇ ਮੈਂ ਪੜ੍ਹਦਾ ਤਾਂ ਮੈਂ ਪਾਸ ਹੁੰਦਾ। ਇਹਦੇ ਵਿੱਚ ਸ਼ਰਤ ਲੱਗ ਗਈ, ਜੇ ਤੂੰ ਇਹ ਕਰਦਾ, ਜੇ ਤੂੰ ਉਹ ਕਰਦਾ ਤਾਂ ਇਹਨੂੰ ਕਹਿੰਦੇ ਨੇ ਸ਼ਰਤੀ ਜਿਹੜਾ ਹੈਗਾ ਭੂਤਕਾਲ। ਸੋ ਪਿਆਰੇ ਵਿਦਿਆਰਥੀਓ, ਇਹ ਜਿਹੜੇ ਸਾਡੇ ਕਾਲ ਹੈ, ਹਰ ਇੱਕ ਵਾਕ ਸਾਡਾ ਸਮੇਂ ਨਾਲ ਲੱਗਿਆ ਹੋਇਆ ਹੈ। ਜੇਕਰ ਸਮਾਂ ਉਹਦੇ ਅੰਦਰ ਨਹੀਂ ਹੈਗਾ ਤਾਂ ਪੂਰਨ ਰੂਪ ਦੇ ਵਿੱਚ ਉਹ ਜਿਹੜਾ ਵਾਕ ਹੈ ਪੂਰਾ ਨਹੀਂ ਹੈਗਾ। ਇਸ ਲਈ ਵਾਕ ਦੇ ਅੰਦਰ ਜਿਹੜਾ ਹੈਗਾ ਟਾਈਮ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਟਾਈਮ ਨੂੰ ਦੇਖਦੇ ਹਾਂ ਫਿਰ ਪੜ੍ਹਦੇ ਹਾਂ ਕਿ ਜਿਹੜਾ ਇਹ ਸਮਾਂ ਕਿਸ ਦੇ ਵਿੱਚ ਹੈ। ਹੁਣ ਇਸੇ ਤਰ੍ਹਾਂ ਸਾਡਾ ਜਿਹੜਾ ਹੈਗਾ ਅੱਗੇ ਗੱਲ ਕਰਾਂਗੇ ਵਰਤਮਾਨ ਕਾਲ। ਵਰਤਮਾਨ ਕਾਲ ਨੂੰ ਅਸੀਂ ਚੱਲਦਾ ਸਮਾਂ ਕਹਿੰਦੇ ਹਾਂ। ਵਰਤਮਾਨ ਕਾਲ ਸਾਡਾ ਚਾਲੂ ਸਮਾਂ ਹੁੰਦਾ ਹੈ। ਇਹਦੇ ਵਿੱਚ ਵੀ ਸਾਡਾ ਕੀ ਹੈ, ਸਧਾਰਨ ਵਰਤਮਾਨ ਕਾਲ, ਅਪੂਰਨ ਚਾਲੂ ਵਰਤਮਾਨ ਕਾਲ, ਅਨਿਸ਼ਚਿਤ ਪੂਰਨ ਵਰਤਮਾਨ ਕਾਲ, ਨਿਸ਼ਚਿਤ ਪੂਰਨ ਵਰਤਮਾਨ ਕਾਲ, ਸ਼ਰਤੀ ਵਰਤਮਾਨ ਕਾਲ, ਹੁਕਮੀ ਵਰਤਮਾਨ ਕਾਲ ਅਤੇ ਇਹ ਸਾਡਾ ਜਿਹੜੇ ਵਾਕ ਨੇ ਸਾਡੇ, ਇਹ ਸਧਾਰਨ ਵਰਤਮਾਨ ਕਾਲ। ਇਹਦੇ ਵਿੱਚ ਸਾਰਾ ਕੁਝ ਜਿਹੜੀ ਕਿਰਿਆ ਉਹ ਚੱਲ ਰਹੇ ਸਮੇਂ 'ਚ ਹੋਵੇਗੀ, ਅੱਜ ਦੇ ਸਮੇਂ 'ਚ ਹੋਏਗੀ, ਪ੍ਰੈਜ਼ੈਂਟ ਸਮੇਂ ਦੇ ਵਿੱਚ ਗੱਲ ਹੋਏਗੀ ਕਿ ਸਧਾਰਨ ਵਰਤਮਾਨ ਕਾਲ ਆ ਗਿਆ ਨੰਬਰ 1, ਨੰਬਰ 2 ਪੂਰਨ ਚਾਲੂ ਵਰਤਮਾਨ ਕਾਲ ਆ ਗਿਆ, ਨੰਬਰ 3 ਅਨਿਸ਼ਚਿਤ ਪੂਰਨ ਵਰਤਮਾਨ ਕਾਲ ਆ ਗਿਆ, ਨੰਬਰ 4 ਨਿਸ਼ਚਿਤ ਪੂਰਨ ਵਰਤਮਾਨ ਕਾਲ ਆ ਗਿਆ, ਨੰਬਰ 5 ਸ਼ਰਤੀ ਵਰਤਮਾਨ ਕਾਲ ਆ ਗਿਆ, ਨੰਬਰ 6 ਹੁਕਮੀ ਵਰਤਮਾਨ ਕਾਲ ਆ ਗਿਆ। ਹੁਣ ਜਿਵੇਂ ਪਹਿਲਾ ਆ ਗਿਆ ਮੈਂ ਪੜ੍ਹਦਾ ਹਾਂ, ਇਹ ਹੁਣ ਕੀ ਪੜ੍ਹਦਾ ਹਾਂ, ਉੱਥੇ ਸੀ ਭੂਤਕਾਲ ਆ ਗਿਆ, ਇੱਥੇ ਹਾਂ ਜਾਂ ਹੈ ਵਰਤਮਾਨ ਆ ਗਿਆ, ਭਾਵ ਸਧਾਰਨ ਆ ਗਿਆ। ਫਿਰ ਅਪੂਰਨ ਚਾਲੂ 'ਚ ਗਿਆ, ਮੈਂ ਪੜ੍ਹ ਰਿਹਾ ਹਾਂ, ਇਹਨੂੰ ਅਸੀਂ ਇੰਗਲਿਸ਼ ਕੰਟੀਨਿਊ ਕਹਿ ਦਿੰਦੇ ਹਾਂ ਕਿ ਮੈਂ ਪੜ੍ਹ ਰਿਹਾ ਹਾਂ, ਉਹ ਪੜ੍ਹ ਰਿਹਾ ਹੈ। ਫਿਰ ਅੱਗੇ ਅਨਿਸ਼ਚਿਤ ਪੂਰਨ ਵਰਤਮਾਨ, ਮੈਂ ਪੜ੍ਹਿਆ ਹਾਂ, ਉਹ ਪੜ੍ਹਿਆ ਹੈ। ਫਿਰ ਅੱਗੇ ਨਿਸ਼ਚਿਤ ਆ ਗਿਆ, ਮੈਂ ਪੜ੍ਹ ਚੁੱਕਾ ਹਾਂ, ਜਿਹਨੂੰ ਅਸੀਂ ਇੰਗਲਿਸ਼ ਪਰਫੈਕਟ ਕਹਿ ਦਿੰਦੇ ਹਾਂ। ਸੋ ਤੂੰ ਪੜ੍ਹ ਚੁੱਕਾ ਹੈ। ਫਿਰ ਅੱਗੇ ਸ਼ਰਤੀ, ਜੇ ਮੈਂ ਪੜ੍ਹਦਾ ਉਹੀ ਭੂਤਕਾਲ ਵਾਲੀ ਗੱਲ ਆ ਗਈ ਕਿ ਹੁਕਮ ਦੇ ਵਿੱਚ ਆ ਗਿਆ, ਮੈਂ ਪੜ੍ਹਾਂ, ਤੂੰ ਪੜ੍ਹ, ਉਹ ਪੜ੍ਹੇ, ਭਾਵ ਜਿਹਦੇ ਅੰਦਰ ਹੁਕਮ ਦਿੱਤਾ ਜਾਂਦਾ, ਆਰਡਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ 6 ਪ੍ਰਕਾਰ ਦੇ ਸਾਡੇ ਇਹ ਜਿਹੜੇ ਨੇ ਵਰਤਮਾਨ ਕਾਲ ਹੁੰਦੇ ਹਨ। ਇਸ ਤਰ੍ਹਾਂ ਤੀਜਾ ਜਿਹੜਾ ਸਾਡਾ ਸੈਂਟੈਂਸ ਹੈ ਜਿਸ ਨੂੰ ਅਸੀਂ ਭਵਿੱਖ ਕਾਲ ਕਹਿੰਦੇ ਹਾਂ। ਭਵਿੱਖ ਕਾਲ ਹੈਗਾ ਆਉਣ ਵਾਲਾ ਸਮਾਂ। ਭਵਿੱਖ ਕਾਲ ਨੂੰ ਅਸੀਂ ਕਹਿੰਦੇ ਹਾਂ ਆਉਣ ਵਾਲਾ ਸਮਾਂ। ਜਦੋਂ ਕੋਈ ਕੰਮ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇ, ਜਿਸ ਕਿਰਿਆ ਦੇ ਵਿੱਚ ਸਾਨੂੰ ਜਿਹੜਾ ਕਿ ਵਾਕ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲੱਗੇ, ਉਸ ਨੂੰ ਅਸੀਂ ਭਵਿੱਖ ਕਾਲ ਕਹਿ ਦਿੰਦੇ ਹਾਂ। ਇਹਦੇ ਵਿੱਚ ਵੀ ਕੀ ਹੈ, ਸਭ ਤੋਂ ਪਹਿਲਾਂ ਨੰਬਰ 1 ਸਧਾਰਨ ਭਵਿੱਖ ਕਾਲ, ਨੰਬਰ 2 ਅਪੂਰਨ ਚਾਲੂ ਭਵਿੱਖ ਕਾਲ, ਨੰਬਰ 3 ਚਾਲੂ ਭਵਿੱਖ ਕਾਲ, ਨੰਬਰ 4 ਨਿਸ਼ਚਿਤ ਪੂਰਨ ਭਵਿੱਖ ਕਾਲ, ਨੰਬਰ 5 ਸ਼ਰਤੀ ਭਵਿੱਖ ਕਾਲ। ਇਹਦੇ ਅੰਦਰ ਵੀ ਉਹੀ ਕੈਟਾਗਰੀਆਂ ਨੇ, ਉਹਦੇ ਵਾਂਗੂ ਹੀ ਵੰਡ ਹੈਗੀ ਕਿ ਇਹਦੇ ਵਿੱਚ ਜਿਹੜਾ ਫਰਕ ਹੈ ਗਾ ਆ ਜਾਏਗਾ। ਇਹਦੇ ਵਿੱਚ ਇਮੇਜਿਨ ਕੀਤਾ ਜਾਂਦਾ ਕਿ ਇਹ ਕੰਮ ਹੋਵੇਗਾ, ਇਹ ਕੰਮ ਕਰਾਂਗਾ, ਕੰਮ ਨਹੀਂ ਹੋਇਆ ਹੁੰਦਾ। ਕਿਉਂਕਿ ਅਸੀਂ ਗੱਲ 2 ਕਾਲਾਂ ਦੀ ਕਰ ਸਕਦੇ ਹਾਂ, ਇੱਕ ਭੂਤਕਾਲ ਬਾਰੇ ਕੀ ਕੀਤਾ ਗਿਆ ਅਤੇ ਵਰਤਮਾਨ 'ਚ ਕੀ ਚੱਲ ਰਿਹਾ ਹੈ, ਪਰ ਅਸੀਂ ਫਿਊਚਰ ਦੇ ਵਿੱਚ ਭਵਿੱਖ ਕਾਲ ਦੇ ਵਿੱਚ ਕਿਆਸ ਹੀ ਲੱਗ ਲਿਆ ਕਿ ਅਸੀਂ ਇਹ ਕੰਮ ਕਰਾਂਗੇ। ਉਹਦੇ ਵਿੱਚ ਵੀ ਇਹੀ ਗੱਲ ਹੈਗੀ ਕਿ ਜਿਵੇਂ ਸਧਾਰਨ ਭਵਿੱਖ ਕਾਲ ਹੈਗਾ ਕਿ ਮੈਂ ਪੜ੍ਹਾਂਗਾ, ਇਹ ਕਮਿਟਡ ਆ, ਮੈਂ ਪੜ੍ਹਾਂਗਾ। ਇਹ ਵੱਖਰੀ ਗੱਲ ਹੈ ਕਿ ਆਉਣ ਵਾਲੇ ਸਮੇਂ ਤੁਸੀਂ ਪੜ੍ਹਦੇ ਹੋ ਜਾਂ ਨਹੀਂ ਪੜ੍ਹਦੇ, ਉਹ ਪੜ੍ਹੇਗੀ, ਇਹ ਕਮਿਟਡ ਹੈ, ਤੁਹਾਡਾ ਕੰਮ ਹੈ। ਦੂਜਾ ਗਿਆ ਅਪੂਰਨ ਚਾਲੂ ਭਵਿੱਖ ਕਾਲ, ਮੈਂ ਪੜ੍ਹ ਰਿਹਾ ਹੋਵਾਂਗਾ, ਜਦੋਂ ਉਹ ਪੜ੍ਹ ਰਿਹਾ ਹੋਵੇਗਾ। ਜਦੋਂ ਤੀਜੇ ਬੰਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਉਹ ਪੜ੍ਹ ਰਿਹਾ ਹੋਵੇਗਾ, ਜਾ ਕੇ ਪਤਾ ਲੱਗੇਗਾ ਕਿ ਉਹ ਪੜ੍ਹ ਰਿਹਾ ਹੈ ਜਾਂ ਪੜ੍ਹ ਰਿਹਾ ਸੀ ਜਾਂ ਪੜ੍ਹ ਚੁੱਕਾ ਸੀ। ਇਸੇ ਤਰ੍ਹਾਂ ਚਾਲੂ ਭਵਿੱਖ ਕਾਲ ਵਿੱਚ ਮੈਂ ਪੜ੍ਹਦਾ ਹੋਵਾਂਗਾ, ਔਰ ਨਿਸ਼ਚਿਤ ਪੂਰਨ ਭਵਿੱਖ ਕਾਲ ਦੇ ਵਿੱਚ ਮੈਂ ਪੜ੍ਹ ਚੁੱਕਾ ਹੋਵਾਂਗਾ। ਸ਼ਰਤੀ ਵਿੱਚ ਜੇ ਮੈਂ ਪੜ੍ਹਦਾ ਹੋਵਾਂ, ਭਾਵ ਇਸੀ ਪ੍ਰਕਾਰ ਜਿਹੜੇ ਸਾਡੇ ਭਵਿੱਖ ਕਾਲ ਦੇ ਵਿੱਚ ਵੀ 5 ਪ੍ਰਕਾਰ ਦਾ ਜਿਹੜਾ ਹੈਗਾ ਇੱਕ ਟਾਈਮ ਹੁੰਦਾ ਹੈਗਾ, ਜਿਹੜੇ ਵਾਕ ਨੂੰ ਪੜ੍ਹ ਕੇ ਅਸੀਂ ਅਹਿਸਾਸ ਕਰਦੇ ਹਾਂ, ਵਾਕ ਨੂੰ ਪੜ੍ਹ ਕੇ ਅਸੀਂ ਪਤਾ ਲਾਉਂਦੇ ਹਾਂ ਕਿ ਇਹ ਭਵਿੱਖ ਕਾਲ ਦਾ ਕਿਹੜਾ ਕਾਲ ਹੈ,
ਕਿਹੜਾ ਵੰਡ ਕਿਹੜੀ ਵੰਡ ਹੈ, ਇਹ ਸਧਾਰਨ ਹੈ, ਇਹ ਅਪੂਰਨ ਹੈ, ਇਹ ਚਾਲੂ ਹੈ, ਇਹ ਨਿਸ਼ਚਿਤ ਹੈ ਜਾਂ ਇਹ ਸ਼ਰਤੀ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਪ੍ਰਕਾਰ ਜਦੋਂ ਵੀ ਕੋਈ ਵਾਕ ਲਿਖਿਆ ਜਾਂਦਾ ਹੈ ਤਾਂ ਵਾਕ ਦੇ ਅੰਦਰ ਸਮੇਂ ਦਾ ਹੋਣਾ ਸੁਭਾਵਿਕ ਹੈ ਅਤੇ ਸਮੇਂ ਦੇ ਸੁਭਾਵਿਕ ਹੋਣ ਕਾਰਨ ਵਾਕ ਪੂਰਨ ਵਿੱਚ ਲਿਖਿਆ ਜਾਂਦਾ ਹੈ ਅਤੇ ਉਸ ਵਿੱਚ ਹੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਵਾਕ ਕਿਹੜੇ ਕਾਲ ਦੇ ਵਿੱਚ ਲਿਖਿਆ ਗਿਆ ਹੈ, ਇਹ ਵਰਤਮਾਨ ਕਾਲ 'ਚ ਲਿਖਿਆ ਗਿਆ ਹੈ ਕਿ ਭੂਤਕਾਲ 'ਚ ਲਿਖਿਆ ਗਿਆ ਹੈ ਕਿ ਭਵਿੱਖ ਕਾਲ ਵਿੱਚ ਲਿਖਿਆ ਗਿਆ ਹੈ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਆਪਾਂ ਗੱਲ ਕਰੀਏ ਕਿ ਉਹ ਪੜ੍ਹਦਾ ਸੀ, ਇਹ ਕਿਹੜਾ ਕਾਲ ਹੈ, ਕਿਰਿਆ ਦਾ ਕਿਹੜਾ ਕਾਲ ਹੈ, ਉਹ ਪੜ੍ਹਦਾ ਸੀ, ਇਹ ਸਾਡਾ ਜਿਹੜਾ ਗਾ ਇਹ ਕਾਲ ਹੈਗਾ ਸਧਾਰਨ ਭੂਤਕਾਲ ਹੈ, ਉਹ ਪੜ੍ਹਦਾ ਸੀ। ਇਸ ਪ੍ਰਕਾਰ ਉਹ ਹੋਰ ਵਾਕ ਤੁਹਾਨੂੰ ਆ ਜਾਂਦਾ ਹੈ ਕਿ ਕਾਲ ਕਿਸ ਨੂੰ ਕਹਿੰਦੇ ਨੇ, ਕਾਲ ਤੋਂ ਭਾਵ ਸਮਾਂ ਹੈ, ਕਾਲ ਤੋਂ ਭਾਵ ਟਾਈਮ ਹੈ, ਜਿਸ ਵਿੱਚ ਜਿਹੜਾ ਹੈਗਾ ਸਮੇਂ ਦੀ ਗੱਲ ਕੀਤੀ ਗਈ ਹੋਵੇ ਉਸ ਨੂੰ ਕਾਲ ਕਿਹਾ ਜਾਂਦਾ ਹੈ। ਮੁੱਖ ਕਾਲ ਕਿਹੜੇ ਕਿਹੜੇ ਹਨ? ਮੁੱਖ ਕਾਲ ਸਾਡੇ 3 ਹਨ, ਵਰਤਮਾਨ ਕਾਲ, ਭੂਤਕਾਲ ਅਤੇ ਭਵਿੱਖ ਕਾਲ। ਕਿਰਿਆ ਕੀ ਹੁੰਦੀ ਹੈ? ਜਿਸ ਰਾਹੀਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਜਿਹੜਾ ਹੈਗਾ ਕਾਲ ਸਹਿਤ ਪਾਇਆ ਜਾਂਦਾ ਹੈ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਕਿਰਿਆ ਦੀ ਆਪਾਂ ਵੰਡ ਕੀਤੀ ਸੀ, ਕਿਰਿਆ ਵੰਡ ਜਿਹੜੀ ਸਾਡੀ 4 ਪ੍ਰਕਾਰ ਦੀ ਹੈਗੀ। ਪਹਿਲੀ ਹੈਗੀ ਆਕਰਮਕ ਕਿਰਿਆ, ਸਕਰਮਕ ਕਿਰਿਆ, ਦੂਜੀ ਸਧਾਰਨ ਕਿਰਿਆ, ਪ੍ਰੇਰणात्मक ਕਿਰਿਆ ਅਤੇ ਦੋਹਰੀ ਪ੍ਰੇਰणात्मक ਕਿਰਿਆ, ਤੀਜੀ ਅਕੈਰੀ ਕਿਰਿਆ ਅਤੇ ਸੰਯੁਕਤ ਕਿਰਿਆ, ਚੌਥੀ ਹੈਗੀ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਲੈਕਚਰ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣੋ ਤਾਂ ਜੋ ਤੁਹਾਡਾ ਜਿਹੜਾ ਕਨਸੈਪਟ ਹੈਗਾ ਕਾਲ ਦਾ ਉਹ ਕਲੀਅਰ ਹੋ ਸਕੇ ਅਤੇ ਤੁਸੀਂ ਵਾਕ ਬਣਾਉਂਦੇ ਸਮੇਂ ਜਦੋਂ ਕੋਈ ਵਾਕ ਤੁਹਾਨੂੰ ਕਿਸੇ ਪ੍ਰਾਈਮ ਮਿਨਿਸਟਰ ਦਾ ਲੇਖ ਲਿਖਣਾ ਆ ਜੇ ਜਾਂ ਰਾਸ਼ਟਰਪਤੀ ਦਾ ਲੇਖ ਲਿਖਣਾ ਆ ਜੇ ਤਾਂ ਤੁਹਾਨੂੰ ਪਤਾ ਲੱਗੇ ਕਿ ਮੈਂ ਉਹਦੇ ਅੰਦਰ ਜਿਹੜੇ ਵਾਕ ਨੇ ਕਿਵੇਂ ਲਿਖਣੇ ਨੇ, ਕਿ ਭੂਤਕਾਲ 'ਚ ਕਿਵੇਂ ਲਿਖਣਾ ਹੈ, ਭਵਿੱਖ ਕਾਲ 'ਚ ਕਿਵੇਂ ਲਿਖਣਾ ਹੈ ਅਤੇ ਵਰਤਮਾਨ ਕਾਲ 'ਚ ਕਿਵੇਂ ਲਿਖਣਾ ਹੈ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਵੇਖੋ ਤਾਂ ਜੋ ਤੁਹਾਨੂੰ ਕਨਸੈਪਟ ਕਲੀਅਰ ਹੋ ਸਕੇ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਅਤੇ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਮੇਂ-ਸਮੇਂ 'ਤੇ ਸਾਡੇ ਵੱਲੋਂ ਤਿਆਰ ਕੀਤੀਆਂ ਹੋਈਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ।